ਸਤਿ ਸ਼੍ਰੀ ਅਕਾਲ ਜੀ। ਨਵਾਬ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ। ਤੇ ਕੱਲ ਆਪਾਂ 23 ਜਿਹੜੇ ਮੇਨ ਪੁਆਇੰਟ ਸੀਗੇ ਆਈਸੀਟੀ ਦੇ ਕੰਪਿਊਟਰ ਕਲਾਸ ਦੇ ਆਪਾਂ ਕਵਰ ਕਰ ਲਏ ਸੀਗੇ। ਤੇ ਹੁਣ ਆਪਾਂ ਅੱਗੇ ਵਧਦੇ ਹੋਏ ਆਪਣੀ ਸੈਕੰਡ ਕਲਾਸ ਹੈ ਜਿਹੜੀ ਉਹ ਸਟਾਰਟ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਆ ਗਿਆ ਜੀ ਦਾ ਮੋਸਟ ਇੰਪੋਰਟੈਂਟ ਔਰ ਪਾਵਰਫੁਲ ਕੰਪਿਊਟਰ ਇਨ ਅ ਟਿਪੀਕਲ ਨੈਟਵਰਕ ਇਜ਼ ਨੈਟਵਰਕ ਸਰਵਰ। ਜਿਹੜਾ ਨੈਟਵਰਕ ਸਰਵਰ ਹੁੰਦਾ ਹੈ ਜੀ, ਸਰਵਰ ਕੀ ਹੁੰਦਾ ਹੈ ਇਹ ਕੁਐਸਚਨ ਆਊਗਾ। ਸੋ ਜਿਹੜਾ ਸਰਵਰ ਹੁੰਦਾ ਹੈ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਇੱਕ ਦੁਕਾਨਦਾਰ, ਫੋਰ ਐਗਜ਼ਾਮਪਲ ਇੱਕ ਦੁਕਾਨਦਾਰ ਹੈ, ਆਪਾਂ ਗ੍ਰਾਹਕ ਉਹਨਾਂ ਕੋਲੇ ਜਾਂਦੇ ਆ, ਉਹਦੇ ਤੋਂ ਸਮਾਨ ਲੈ ਕੇ ਆਪਾਂ ਵਾਪਸ ਆ ਜਾਂਦੇ ਆ। ਸੋ ਐਜ਼ ਇਟ ਇਜ਼ ਜਿਹੜਾ ਸਰਵਰ ਹੁੰਦਾ ਹੈ ਉਹ ਆਪਾਂ ਨੈਟਵਰਕਸ ਦੇ ਜ਼ਰੀਏ ਜਿਹੜਾ ਕੰਪਿਊਟਰ ਨੂੰ ਹੈ ਉਹ ਇਨਫੋਰਮੇਸ਼ਨ ਭੇਜਦਾ ਹੈ। ਜਿਵੇਂ ਕੋਈ ਇੰਟਰਨੈਟ ਹੋ ਗਿਆ ਜਾਂ ਕੋਈ ਵੀ ਆਪਾਂ ਚੀਜ਼ ਡਾਊਨਲੋਡ ਕਰਦੇ ਹਾਂ ਤਾਂ ਉਹ ਡਾਊਨਲੋਡ ਜੋ ਆਪਾਂ ਕਰਦੇ ਹਾਂ ਉਹ ਸਰਵਰ ਤੋਂ ਡਾਊਨਲੋਡ ਕਰਦੇ ਹਾਂ, ਜਿੱਥੇ ਕਿ ਉਹ ਡਾਟਾ ਸਟੋਰ ਪਿਆ ਹੁੰਦਾ ਸਰਵਰ ਦੇ ਵਿੱਚ, ਉੱਥੋਂ ਉਹ ਡਾਊਨਲੋਡ ਹੋ ਜਾਂਦਾ ਲਿੰਕਸ ਦੇ ਥਰੂ। ਸੋ ਸਰਵਰ ਕੀ ਹੁੰਦਾ ਹੈ, ਇੱਕ ਹੱਬ ਹੁੰਦੀ ਹੈ ਜਿੱਥੋਂ ਆਪਾਂ ਸਾਰਾ ਕੁਝ ਮਤਲਬ ਮੈਨੇਜ ਕਰਦੇ ਹਾਂ, ਜੋ ਆਪਾਂ ਡਾਊਨਲੋਡ ਕਰਦੇ ਹਾਂ, ਕੁਝ ਦੇਖਦੇ ਹਾਂ, ਕੋਈ ਇਨਫੋਰਮੇਸ਼ਨ ਸਟੋਰ ਪਈ ਹੁੰਦੀ ਹੈ ਉਹ ਆਪਾਂ ਦੇਖਦੇ ਹਾਂ। ਉਹ ਸਰਵਰ ਇੱਕ ਪੀਸੀ ਦੀ ਤਰ੍ਹਾਂ ਹੀ ਹੁੰਦਾ ਹੈ, ਇੱਕ ਸਟਰੋਂਗ ਪਾਵਰਫੁਲ ਕੰਪਿਊਟਰ ਹੁੰਦਾ ਹੈ ਜਿੱਥੇ ਸਾਰਾ ਕੁਝ ਸਟੋਰ ਪਿਆ ਹੁੰਦਾ ਹੈ। ਉਹਨੂੰ ਆਪਾਂ ਸਰਵਰ ਕਹਿ ਸਕਦੇ ਹਾਂ ਕੰਪਿਊਟਰ ਦੀ ਭਾਸ਼ਾ ਦੇ ਵਿੱਚ ਜੀ। ਦਾ ਪ੍ਰਾਇਮਰੀ ਪਰਪਸ ਆਫ ਸੌਫਟਵੇਅਰ ਇਜ਼ ਟੂ ਟਰਨ ਡਾਟਾ ਇਨਟੂ ਇਨਫੋਰਮੇਸ਼ਨ। ਸੌਫਟਵੇਅਰ ਦਾ ਜਿਹੜਾ ਮੇਨ ਕੰਮ ਕੀ ਹੈ ਜੀ, ਜਿਹੜਾ ਸੌਫਟਵੇਅਰ ਹੈ ਉਹ ਆਪਾਂ ਰਨ ਕਰਦੇ ਹਾਂ, ਆਪਾਂ ਇੰਗਲਿਸ਼ ਦੇ ਵਿੱਚ ਰਨ ਕਰਦੇ ਹਾਂ ਜਿਹੜੀ ਕਿ ਆਪਣੀ ਭਾਸ਼ਾ ਹੈ ਨਾ ਜੀ। ਤੋ ਉਹ ਸੌਫਟਵੇਅਰ ਜਿਹੜਾ ਉਹ ਕੰਪਿਊਟਰ ਨੂੰ ਕਿੱਦਾਂ ਦੱਸਦਾ ਹੈ ਵੀ ਇਹਨੇ ਹੁਣ ਆਹ ਡਾਟਾ ਐਂਟਰ ਕੀਤਾ ਤੇ ਹੁਣ ਆਪਾਂ ਇਹਨੂੰ ਆਊਟਪੁੱਟ ਦੇਣੀ ਆ ਕੀ। ਸੋ ਇਹ ਡਾਟੇ ਨੂੰ ਟਰਾਂਸਲੇਟ ਕਰ ਦਿੰਦਾ ਹੈ ਇਨਫੋਰਮੇਸ਼ਨ ਦੇ ਵਿੱਚ, ਬਾਈਨਰੀ ਫਾਰਮ ਦੇ ਵਿੱਚ, ਜੋ ਕਿ ਕੰਪਿਊਟਰ ਸਮਝਦਾ। ਆਪਾਂ ਕੰਪਿਊਟਰ ਦੀ ਭਾਸ਼ਾ ਨਹੀਂ ਸਮਝਦੇ, ਆਪਾਂ ਸਿਰਫ ਇੰਗਲਿਸ਼ ਜਾਣਦੇ ਹਾਂ, ਪੰਜਾਬੀ ਜਾਣਦੇ ਹਾਂ, ਹਿੰਦੀ ਜਾਣਦੇ ਹਾਂ, ਆਪਾਂ ਨੂੰ ਬਾਈਨਰੀ ਲੈਂਗੁਏਜ ਨਹੀਂ ਆਉਂਦੀ। ਸੋ ਆਪਾਂ ਆਪਦਾ ਡਾਟਾ ਐਂਟਰ ਕਰਦੇ ਹਾਂ ਤਾਂ ਸੌਫਟਵੇਅਰ ਦਾ ਮੇਨ ਕੰਮ ਕੀ ਹੁੰਦਾ ਹੈ, ਉਹ ਡਾਟੇ ਨੂੰ ਟਰਾਂਸਲੇਟ ਕਰ ਦਿੰਦਾ ਹੈ ਇਨਫੋਰਮੇਸ਼ਨ ਦੇ ਵਿੱਚ ਜੋ ਕਿ ਕੰਪਿਊਟਰ ਸਮਝਦਾ ਹੈ ਜੀ। The ability to find an individual item in a file immediately direct access is used। ਸੋ ਇੰਡੀਵਿਜੂਅਲ ਆਈਟਮ ਮਤਲਬ ਕਿ ਇੰਡੀਵਿਜੂਅਲ ਆਈਟਮ ਦਾ ਮਤਲਬ ਕੀ ਹੈ ਵੀ ਕੋਈ ਵੀ ਫਾਈਲ ਆਪਣੇ ਉਹਦੇ ਵਿੱਚ ਸੇਵ ਪਈ ਹੈ ਕੰਪਿਊਟਰ ਦੇ ਵਿੱਚ, ਤਾਂ ਇੱਕ ਡਾਇਰੈਕਟ ਅਸੈਸ ਦਾ ਆਪਸ਼ਨ ਹੁੰਦਾ ਹੈ ਜੋ ਦਿਸ ਪੀਸੀ ਦੇ ਉੱਪਰ ਹੁੰਦਾ। ਜਦੋਂ ਆਪਾਂ ਕੋਈ ਵੀ ਪੀਸੀ ਇੱਥੇ ਕਲਿੱਕ ਕਰਦੇ ਹਾਂ, ਆ ਦੇਖੋ ਆਈਕਨ ਬਣਿਆ ਹੋਇਆ ਹੈ। ਸੋ ਇੱਥੇ ਦਿਸ ਪੀਸੀ ਹੈ, ਇਹਦੇ ਵਿੱਚ ਇੱਕ ਡਾਇਰੈਕਟ ਅਸੈਸ ਦੀ ਜਿਹੜੀ ਆਪਸ਼ਨ ਹੁੰਦੀ ਹੈ, ਜਿਵੇਂ ਕਿ ਇੱਥੇ ਲਿਖਿਆ ਹੋਇਆ ਹੈ ਕੁਇਕ ਅਸੈਸ। ਸੋ ਕੁਇਕ ਅਸੈਸ ਲਿਖਿਆ ਹੋਇਆ ਨਾ, ਉਹ ਇੱਥੇ ਡਾਇਰੈਕਟ ਅਸੈਸ, ਇਹਦਾ ਮਤਲਬ ਸੇਮ ਹੀ ਹੈ। ਸੋ ਇਹ ਆਪਾਂ ਕਿਸੇ ਵੀ ਫਾਈਲ ਨੂੰ, ਇੰਡੀਵਿਜੂਅਲ ਫਾਈਲ ਨੂੰ ਜਿਹੜੀ ਕਿ ਨਵੀਂ ਸੇਵ ਕਰੀ ਹੁੰਦੀ ਹੈ, ਉਹਨੂੰ ਆਪਾਂ ਛੇਤੀ ਲੱਭ ਸਕਦੇ ਹਾਂ ਇਸ ਦੇ ਫੰਕਸ਼ਨ ਦੇ ਥਰੂ ਜੀ। ਟੂ ਮੇਕ ਅ ਨੋਟਬੁੱਕ ਐਕਟ ਐਜ਼ ਅ ਡੈਸਕਟਾਪ ਮਾਡਲ, ਦਾ ਨੋਟਬੁੱਕ ਕੈਨ ਬੀ ਕਨੈਕਟਡ ਟੂ ਅ ਡੌਕਿੰਗ ਸਟੇਸ਼ਨ ਵਿਚ ਇਜ਼ ਕਨੈਕਟਡ ਟੂ ਦਾ ਮੋਨੀਟਰ ਐਂਡ ਅਦਰ ਡਿਵਾਈਸਿਸ ਜੀ। ਨੋਟਬੁੱਕ ਹੈ ਜਿਹੜੀ, ਨੋਟਬੁੱਕਾਂ ਵੀ ਕਈ ਤਰ੍ਹਾਂ ਦੀਆਂ, ਇੱਕ ਕੰਪਿਊਟਰ ਦੇ ਵਿੱਚ ਨੋਟਬੁੱਕ ਸੌਫਟਵੇਅਰ ਹੁੰਦਾ ਹੈ, ਉਹ ਵੀ ਮਤਲਬ ਮੋਨੀਟਰ ਦੇ ਨਾਲ ਆਪਾਂ ਉਹਨੂੰ ਦੇਖ ਸਕਦੇ ਹਾਂ, ਆਊਟਪੁੱਟ ਦਿੰਦਾ ਹੈ ਆਪਾਂ ਨੂੰ। ਇੱਕ ਨੋਟਬੁੱਕ ਜੋ ਡਿਵਾਈਸ ਹੁੰਦੀ ਹੈ ਉਹ ਮਤਲਬ ਆਪਾਂ ਨੂੰ ਬਾਜ਼ਾਰ ਦੇ ਵਿੱਚ ਪਰਚੇਜ਼ ਕਰਨੀ ਪੈਂਦੀ ਹੈ, 7-8 ਹਜ਼ਾਰ ਦੀ ਆ ਜਾਂਦੀ ਹੈ, ਉਹ ਵੀ ਉਹਦੇ ਵਿੱਚ ਵੀ ਆਪਾਂ ਲਿਖ ਸਕਦੇ ਹਾਂ ਜੋ ਵੀ ਕਰਨਾ ਹੈ ਉਹ। ਇਹ ਉਸ ਬਾਰੇ ਆ, ਕੋਈ ਐਡੀ ਖਾਸ ਗੱਲ ਨਹੀਂ ਹੈਗੀ, ਕਦੇ ਵੀ ਅੱਜ ਤੱਕ ਕੋਈ ਕੁਐਸਚਨ ਵੀ ਇਸ 'ਤੇ ਨਹੀਂ ਆਇਆ। ਸੋ ਅੱਗੇ ਵਧਦੇ ਹਾਂ ਜੀ ਆਪਾਂ। ਯੂ ਕੈਨ ਯੂਜ਼ ਦਾ ਟੈਬ ਕੀ ਟੂ ਮੂਵ ਅ ਕਰਸਰ ਅਕਰੋਸ ਦਾ ਸਕਰੀਨ ਇੰਡੈਂਟ ਅ ਪੈਰਾਗ੍ਰਾਫ ਜੀ। ਜਿਹੜੀ ਟੈਬ ਕੀ ਹੈ ਉਹ ਯੂਜ਼ ਕੀਤੀ ਜਾਂਦੀ ਹੈ, ਇਹ ਸ਼ਾਰਟਕਟ ਕੀਜ਼ ਤੁਹਾਨੂੰ ਯਾਦ ਕਰਨੀਆਂ ਪੈਣਗੀਆਂ ਕਿਉਂਕਿ ਇਹ ਸ਼ਾਰਟਕਟ ਕੀਜ਼ ਕਈ ਵਾਰ ਪੇਪਰ ਦੇ ਵਿੱਚ ਪੁੱਛ ਲੈਂਦੇ ਨੇ। ਟੈਬ ਕੀ ਹੈ ਜੀ, ਜਦੋਂ ਆਪਾਂ ਟੈਬ ਕੀ ਦੱਬਦੇ ਹਾਂ ਤਾਂ ਕਰਸਰ ਹੈ ਜਿਹੜਾ ਉਹ ਅੱਗੇ ਮੂਵ ਹੋ ਜਾਂਦਾ। ਆਹ ਦੇਖੋ ਜੀ, ਮੈਂ ਟੈਬ ਕੀ ਦੱਬੀ, ਕਰਸਰ ਅੱਗੇ ਵਗ ਗਿਆ। ਟੈਬ ਕੀ ਦੇ ਨਾਲ ਸਪੇਸ ਮਿਲ ਜਾਂਦੀ ਹੈ, ਮਤਲਬ ਜ਼ਿਆਦਾ 2-3 ਵਾਰ ਸਪੇਸ ਦੱਬ ਕੇ ਇੰਨਾ ਕੁ ਸਪੇਸ ਇਕੱਠਾ ਇੱਕ ਟੈਬ ਦੇ ਨਾਲ ਮਿਲ ਜਾਂਦਾ ਹੈ ਜੀ। ਅ ਕਲੈਕਸ਼ਨ ਆਫ ਰਿਲੇਟਡ ਫਾਈਲਸ ਇਜ਼ ਕਾਲਡ ਰਿਕਾਰਡ। ਸੋ ਰਿਕਾਰਡ ਕੀ ਹੁੰਦਾ ਹੈ, ਰਿਕਾਰਡ ਹੁੰਦਾ ਹੈ ਫਾਈਲਾਂ ਦਾ ਕਲੈਕਸ਼ਨ। ਜਿਵੇਂ ਮੰਨ ਲਓ ਆਪਾਂ 10 ਫਾਈਲਾਂ ਸੇਵ ਕਰ ਲਈਆਂ ਤਾਂ ਇੱਕ ਫੋਲਡਰ ਦੇ ਵਿੱਚ ਪਾ ਲਈਆਂ, ਤਾਂ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਰਿਕਾਰਡ ਸੇਵ ਪਿਆ ਹੈ। ਕੋਈ ਵੀ ਪੁਰਾਣਾ ਰਿਕਾਰਡ ਆਪਾਂ ਸੇਵ ਕਰਕੇ ਰੱਖ ਸਕਦੇ ਹਾਂ ਕੰਪਿਊਟਰ ਦੇ ਵਿੱਚ, ਬਹੁਤ ਸਮੇਂ, ਲੰਬੇ ਸਮੇਂ ਤੱਕ, ਪੁਰਾਣੇ ਤੋਂ ਪੁਰਾਣਾ ਵੀ ਰੱਖ ਸਕਦੇ ਹਾਂ, ਅੱਗੇ ਮਤਲਬ ਫਿਊਚਰ ਦੇ ਵਿੱਚ ਵੀ ਦੇਖ ਸਕਦੇ ਹਾਂ ਉਸਨੂੰ ਜਾ ਕੇ ਆਪਾਂ ਜੀ। ਸਟੋਰੇਜ ਦੈਟ ਰਿਟੇਨਸ ਇਟਸ ਡਾਟਾ ਆਫਟਰ ਦਾ ਪਾਵਰ ਇਜ਼ ਟਰਨ ਆਫ ਇਜ਼ ਰੈਫਰ ਟੂ ਐਜ਼ ਨਾਨ ਵੋਲਾਟਾਈਲ ਸਟੋਰੇਜ ਜੀ।
ਜਿਹੜੀ ਸਟੋਰੇਜ ਜਦੋਂ ਪਾਵਰ ਆਫ ਹੋ ਜਾਂਦੀ ਹੈ ਪੀਸੀ ਦੀ, ਤਾਂ ਉਹ ਜਿਹੜਾ ਡਾਟਾ ਹੈ ਆਪਣਾ ਉਹ ਨਾਨ ਵੋਲਾਟਾਈਲ ਸਟੋਰੇਜ ਦੇ ਵਿੱਚ ਚਲਾ ਜਾਂਦਾ ਹੈ। ਇਸ ਦੀ ਵੀ ਕਦੇ ਕੋਈ ਲੋੜ ਨਹੀਂ ਪਈ, ਇਹ ਵੀ ਮੇਰੇ ਹਿਸਾਬ ਨਾਲ ਕੋਈ ਇੰਨਾ ਇੰਪੋਰਟੈਂਟ ਨਹੀਂ ਹੈਗਾ ਜੀ। ਇੰਟਰਨੈਟ ਇਜ਼ ਐਨ ਐਗਜ਼ਾਮਪਲ ਆਫ ਕਨੈਕਟੀਵਿਟੀ। ਇੰਟਰਨੈਟ ਕੀ ਹੈ? ਇੰਟਰਨੈਟ ਹੈਗਾ ਜਿਹੜਾ ਉਹ ਇੱਕ ਨੈਟਵਰਕਸ ਆਫ, ਮਤਲਬ ਨੈਟਵਰਕ ਦਾ ਜਾਲ ਹੈ, ਇਹ ਕਨੈਕਟੀਵਿਟੀ ਹੈ, ਇੱਕ ਦੂਜੇ ਨਾਲ ਜੁੜਿਆ ਹੋਣਾ। ਸੋ ਆਪਾਂ ਨੂੰ ਫੇਰ ਹੀ ਪਤਾ ਲੱਗਦਾ ਹੈ ਵੀ ਇੰਨੀਆਂ ਇਨਫੋਰਮੇਸ਼ਨਾਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਾਂ। ਜਿਵੇਂ ਗੂਗਲ ਆ, ਗੂਗਲ ਦੇ ਉੱਤੇ ਆਪਾਂ ਕੁਝ ਵੀ ਭਰ ਦਿੰਦੇ ਹਾਂ ਤਾਂ ਉਹ ਆਪਾਂ ਨੂੰ ਮਿੰਟ ਦੇ ਵਿੱਚ ਸਾਰੀ ਇਨਫੋਰਮੇਸ਼ਨ ਕੱਢ ਕੇ ਦੇ ਦਿੰਦਾ। ਤਾਂ ਉਹ ਕਿਤੋਂ ਨਾ ਕਿਤੋਂ ਉਹ ਵੀ ਕਿਸੇ ਨਾ ਕਿਸੇ ਕੰਪਿਊਟਰ ਦੇ ਨਾਲ ਜੁੜਿਆ ਹੋਇਆ, ਜਿੱਥੇ ਕੋਈ ਇਨਫੋਰਮੇਸ਼ਨ ਸੇਵ ਪਈ ਹੈ ਤਾਂ ਉਹ ਕੁਇਕ ਅਸੈਸ ਨਾਲ ਮਤਲਬ ਆਪਾਂ ਨੂੰ ਸ਼ੋਅ ਕਰ ਦਿੰਦਾ ਹੈ ਜੀ। ਟੈਸਟਿੰਗ ਇਜ਼ ਦਾ ਪ੍ਰੋਸੈਸ ਆਫ ਫਾਈਂਡਿੰਗ ਐਰਰਸ ਇਨ ਅ ਸੌਫਟਵੇਅਰ ਕੋਡ। ਜਦੋਂ ਵੀ ਕੋਈ ਨਵਾਂ ਸੌਫਟਵੇਅਰ ਬਣਦਾ ਹੈ ਤਾਂ ਉਸ ਤੋਂ ਬਾਅਦ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਬਣਾਇਆ ਹੈ, ਜਿਹੜੇ ਡਿਵੈਲਪਰ ਹੁੰਦੇ ਨੇ ਜਾਂ ਇੱਕ ਕੰਪਨੀ ਦੇ ਵਿੱਚ ਜਿਹੜੇ ਟੈਸਟਰ ਹੁੰਦੇ ਨੇ, ਉਹ ਸੌਫਟਵੇਅਰ ਨੂੰ ਟੈਸਟ ਕਰਦੇ ਨੇ। ਟੈਸਟਿੰਗ ਹੁੰਦੀ ਹੈ। ਟੈਸਟਿੰਗ ਇਹਦਾ ਜਿਹੜਾ ਹੈਗਾ ਇਹ ਫਾਈਨਲ ਪ੍ਰੋਸੈਸ ਹੁੰਦਾ ਹੈ ਕਿਸੇ ਵੀ ਚੀਜ਼ ਨੂੰ ਲਾ ਲਓ। ਜਿਵੇਂ ਕੋਈ ਗੱਡੀਆਂ ਨਵੀਆਂ ਬਣਦੀਆਂ ਨੇ, ਜਦੋਂ ਕੰਪਨੀ ਗੱਡੀਆਂ ਭੇਜਦੀ ਆ ਤਾਂ ਪਹਿਲਾਂ ਉਹਦੀ ਸਿਕਿਉਰਿਟੀ ਚੈੱਕ ਕਰਦੀ ਆ, ਸਾਰਾ ਕੁਝ ਚੈੱਕ ਕਰਦੀ ਆ, ਉਹਨੂੰ ਵੀ ਟੈਸਟਿੰਗ ਪ੍ਰੋਸੈਸ ਹੀ ਕਹਿੰਦੇ ਨੇ। ਸੋ ਇਸੇ ਤਰ੍ਹਾਂ ਕੰਪਿਊਟਰਸ ਦੇ ਵਿੱਚ ਹੁੰਦਾ, ਜਦੋਂ ਵੀ ਕੋਈ ਨਵਾਂ ਸੌਫਟਵੇਅਰ ਬਣਦਾ, ਨਵੀਂ ਗੇਮ ਬਣਦੀ ਆ, ਕੋਈ ਨਵੀਂ ਐਪ ਬਣਦੀ ਆ, ਕੋਈ ਨਵੀਂ ਵੈਬਸਾਈਟ ਬਣਦੀ ਆ, ਤਾਂ ਟੈਸਟ ਕਰਿਆ ਜਾਂਦਾ ਉਸ ਨੂੰ ਵੀ ਹੈਂਗ ਤਾਂ ਨਹੀਂ ਹੁੰਦੀ, ਕੋਈ ਦਿੱਕਤ ਤਾਂ ਨਹੀਂ ਆਉਂਦੀ। ਮਤਲਬ ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ ਟੈਸਟਿੰਗ ਦੇ ਵਿੱਚ। A syntax contains specific rule and word that express the logic step of an algorithm. ਐਲਗੋਰਿਥਮ ਦੇ ਵਿੱਚ ਇੱਕ ਸਿੰਟੈਕਸ ਬਣਿਆ ਹੁੰਦਾ ਹੈ ਜੀ, ਜਿਹਦੇ ਵਿੱਚ ਰੂਲ ਤੇ ਵਰਡਸ ਦੇ ਬਾਰੇ ਦੱਸਿਆ ਹੁੰਦਾ ਹੈ। ਕੋਈ ਇੰਨੀ ਖਾਸ ਗੱਲਬਾਤ ਨਹੀਂ ਹੈਗੀ। ਚੇਂਜਿੰਗ ਐਨ ਐਗਜ਼ਿਸਟਿੰਗ ਡਾਕੂਮੈਂਟ ਇਜ਼ ਕਾਲਡ ਦਾ ਐਡਿਟਿੰਗ ਡਾਕੂਮੈਂਟੇਸ਼ਨ। ਜਦੋਂ ਆਪਾਂ ਕਿਸੇ ਵੀ ਡਾਕੂਮੈਂਟ ਦੇ ਵਿੱਚ ਕੁਝ ਵੀ ਐਡਿਟ ਕਰਦੇ ਹਾਂ ਤਾਂ ਉਹਨੂੰ ਚੇਂਜ ਕਰਦੇ ਹਾਂ, ਮਤਲਬ ਕਿ ਕੁਝ ਵੀ ਨਵਾਂ ਐਡ ਕਰਦੇ ਹਾਂ ਜਾਂ ਕੋਈ ਡਿਲੀਟ ਕਰ ਦਿੰਦੇ ਹਾਂ। ਕੋਈ ਵੀ ਆਪਣੇ ਕੋਲ ਡਾਕੂਮੈਂਟ ਬਣਿਆ ਹੋਇਆ ਉਹਨੂੰ ਕਹਿ ਦਿੰਦੇ ਨੇ ਵੀ ਐਡੀਟਿੰਗ, ਆਪਾਂ ਐਡੀਟਿੰਗ ਕਰਨੀ ਹੈ ਜੀ, ਆਪਾਂ ਡਾਕੂਮੈਂਟ ਦੇ ਵਿੱਚ ਐਡੀਟਿੰਗ ਕਰਨੀ ਹੈ। ਇਹ ਮਤਲਬ ਇਸ ਲਾਈਨ ਦਾ ਮਤਲਬ ਇਹ ਹੈ ਜੀ। ਵਿਰਚੁਅਲ ਮੈਮਰੀ ਇਜ਼ ਮੈਮਰੀ ਔਨ ਦਾ ਹਾਰਡ ਡਿਸਕ ਦੈਟ ਦਾ CPU ਯੂਜ਼ਸ ਐਜ਼ ਐਨ ਐਕਸਟੈਂਡਡ ਰੈਮ ਜੀ। CPU ਦੀ ਫੁੱਲ ਫਾਰਮ ਹੈਗੀ ਸੈਂਟਰਲ ਪ੍ਰੋਸੈਸਿੰਗ ਯੂਨਿਟ। ਜਿਹੜਾ ਆਪਣੇ ਕੰਪਿਊਟਰ ਦਾ ਮਤਲਬ ਕੰਪਿਊਟਰ ਹੀ ਹੈ CPU। ਮੰਨ ਲਓ ਜਿਹੜੀ ਕਿ ਆਪਾਂ ਰੈਮ ਐਕਸਟਰਨਲ ਆਪਾਂ ਯੂਜ਼ ਕਰਦੇ ਹਾਂ ਜੀ, ਉਸ ਦੇ ਵਿੱਚ ਨਾ ਕੁਛ ਕੁ ਰੈਮ ਉਹ ਆਪਦੀ ਅੱਡ ਰੱਖ ਲੈਂਦਾ, ਆਪਦਾ ਸਪੇਸ ਅੱਡ ਰੱਖ ਲੈਂਦਾ। ਸੋ ਜਦੋਂ ਵੀ ਆਪਾਂ ਕੋਈ ਵੀ ਮਤਲਬ ਚੀਜ਼ ਰਨ ਕਰਦੇ ਹਾਂ, ਕੋਈ ਵੀ ਸੌਫਟਵੇਅਰ ਰਨ ਕਰਦੇ ਹਾਂ, ਤਾਂ ਉਹ ਰੈਮ ਦੇ ਵਿੱਚ ਜਾ ਕੇ ਚੱਲਦਾ, ਤਾਂ ਉਸ ਨੂੰ ਆਪਾਂ ਉਹਦੀ ਵਿਰਚੁਅਲ ਮੈਮਰੀ ਵੀ ਕਹਿ ਸਕਦੇ ਹਾਂ ਜੀ। ਕੰਪਿਊਟਰਸ ਯੂਜ਼ ਦਾ ਬਾਈਨਰੀ ਨੰਬਰ ਸਿਸਟਮ ਟੂ ਸਟੋਰ ਡਾਟਾ ਐਂਡ ਪਰਫਾਰਮ ਕੈਲਕੂਲੇਸ਼ਨਸ ਜੀ। ਆਪਾਂ ਇਹ ਪਹਿਲਾਂ ਦੱਸ ਚੁੱਕਿਆ ਤੁਹਾਨੂੰ ਮੈਂ ਵੀ ਜਿਹੜਾ ਕੰਪਿਊਟਰ ਆ ਉਹ ਬਾਈਨਰੀ ਭਾਸ਼ਾ ਜਿਹੜੀ ਹੈਗੀ ਆ 0 ਐਂਡ 1 ਉਹ ਯੂਜ਼ ਕਰਦਾ ਹੈ। ਇਹ ਨੰਬਰ ਸਿਸਟਮ ਯੂਜ਼ ਕਰਦਾ ਹੁੰਦਾ ਹੈ ਕਿਸੇ ਵੀ ਚੀਜ਼ ਨੂੰ, ਇਨਫੋਰਮੇਸ਼ਨ ਨੂੰ ਸਟੋਰ ਕਰਨ ਦੇ ਲਈ। ਆਪਦੀ ਜਿਹੜੇ ਸੌਫਟਵੇਅਰ ਆ ਉਹ ਇਹਨੂੰ ਮਤਲਬ ਉਹ ਕਰ ਦਿੰਦੇ ਨੇ, ਟਰਾਂਸਲੇਟ ਕਰ ਦਿੰਦੇ ਨੇ। ਸੋ ਆਪਾਂ ਕੋਈ ਸਬਸਟਰੈਕਸ਼ਨ ਕਰਨੀ ਆ, ਮਲਟੀਪਲੀਕੇਸ਼ਨ ਕਰਨੀ ਆ, ਡਿਵੀਜ਼ਨ ਕਰਨੀ ਹੈ, ਕੋਈ ਐਡੀਸ਼ਨ ਕਰਨੀ ਆ, ਤਾਂ ਉਹ ਬਾਈਨਰੀ ਨੰਬਰ ਸਿਸਟਮ ਦੇ ਥਰੂ ਚੱਲਦਾ ਜੀ। ਮਤਲਬ ਇਹਦਾ ਮਤਲਬ ਇਹ ਹੈ। ਦਾ ਵਿੰਡੋ ਕੀ ਵਿਲ ਲਾਂਚ ਦਾ ਸਟਾਰਟ ਬਟਨ। ਮਤਲਬ ਜਿਹੜਾ ਕੀਬੋਰਡ ਦੇ ਵਿੱਚ ਆਪਣਾ ਸਟਾਰਟ ਬਟਨ, ਆ ਵਿੰਡੋ ਕੀ ਹੈ ਜੀ, ਆਹ ਜਿਹੜੀ ਹੁਣ ਚੱਲ ਪਈ। ਸੋ ਇਹ ਦੱਸਿਆ ਹੋਇਆ ਜੀ ਵੀ ਉਹਦੇ ਇਹ ਸ਼ਾਰਟਕਟ ਕਹਿ ਸਕਦੇ ਹਾਂ ਆਪਾਂ ਵਿੰਡੋ ਕੀ। ਟੂ ਮੂਵ ਟੂ ਦਾ ਬਿਗਿਨਿੰਗ ਆਫ ਅ ਲਾਈਨ ਆਫ ਟੈਕਸਟ ਪ੍ਰੈਸ ਦਾ ਹੋਮ ਕੀ। ਮਤਲਬ ਕੀ ਹੈ ਜੀ ਇਹਦਾ? ਜਦੋਂ ਵੀ ਆਪਾਂ ਕੋਈ ਸਿੰਪਲ ਜੀ ਗੱਲ ਆ, ਕੋਈ ਖਾਸ ਨਹੀਂ। ਜਿਵੇਂ ਦੇਖੋ ਇੱਥੇ ਮੈਂ ਕਰਸਰ ਦੇ ਨਾਲ, ਮਾਊਸ ਦੇ ਨਾਲ ਕਲਿੱਕ ਕਰਤਾ ਤਾਂ ਵੀ ਆਪਾਂ ਚਲਾ ਲਿਆ ਜੀ, ਲਾਈਨ 'ਤੇ ਪਹੁੰਚ ਗਏ। ਜੇ ਆਪਾਂ ਮੰਨ ਲਓ ਲਾਈਨ ਦੇ ਸਟਾਰਟ ਦੇ ਵਿੱਚ ਜਾਣਾ ਹੈ ਤਾਂ ਆਪਾਂ ਕੀਬੋਰਡ ਦੇ ਉੱਤੋਂ ਹੋਮ ਕੀ ਹੈ ਜਿਹੜੀ ਉਹ ਪ੍ਰੈਸ ਕਰਾਂਗੇ ਤਾਂ ਇਹ ਪਹਿਲੇ ਇੱਥੇ ਪਹੁੰਚ ਜਾਣਾ, ਜਮਾ ਬਿਗਿਨਿੰਗ ਦੇ ਵਿੱਚ ਪਹੁੰਚ ਜਾਣਾ। ਵੈਨ ਸੈਂਡਿੰਗ ਐਨ ਈਮੇਲ ਦਾ ਸਬਜੈਕਟ ਲਾਈਨਸ ਡਿਸਕ੍ਰਾਈਬ ਦਾ ਕੰਟੈਂਟ ਆਫ ਦਾ ਮੈਸੇਜ। ਜਿਹੜੀ ਈਮੇਲ ਹੈ ਜੀ, ਜਦੋਂ ਵੀ ਆਪਾਂ ਈਮੇਲ ਦੀ ਜਿਹੜੀ ਪਹਿਲਾਂ ਫੁੱਲ ਫਾਰਮ ਹੈ ਜਿਹੜੀ ਉਹ ਹੈਗੀ ਇਲੈਕਟ੍ਰੋਨਿਕ ਮੇਲ। ਜਿਹੜੀ ਈਮੇਲ ਆ, ਈਮੇਲ ਜਦੋਂ ਵੀ ਆਪਾਂ ਕਰਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਉੱਪਰ ਹੁੰਦਾ ਆਪਾਂ ਜਿਹਨੂੰ ਭੇਜਣੀ ਆ ਪਤਾ, ਉਸ ਤੋਂ ਥੱਲੇ ਹੁੰਦਾ ਸਬਜੈਕਟ ਵੀ ਮੈਂ ਕਿਸ ਰਿਲੇਟਡ ਆ। ਇਸ ਦਾ ਮਤਲਬ ਇਹੀ ਆ ਵੀ ਜਿਹੜਾ ਈਮੇਲ ਦੇ ਵਿੱਚ ਜਿਹੜਾ ਦਾ ਸਬਜੈਕਟ ਲਾਈਨਸ, ਜਿਹੜੀ ਸਬਜੈਕਟ ਆ ਉਹਦੇ ਵਿੱਚ ਪਤਾ ਲੱਗਦਾ ਵੀ ਅੱਗੇ ਮੇਲ ਦੇ ਵਿੱਚ ਅਸੀਂ ਕੀ ਲਿਖਿਆ ਹੋਇਆ। ਮਤਲਬ ਆਪਾਂ ਕਹਿ ਸਕਦੇ ਹਾਂ ਵੀ ਵਿਸ਼ਾ ਲਿਖਿਆ ਹੁੰਦਾ, ਸਬਜੈਕਟ ਵਿਸ਼ਾ ਹੁੰਦਾ ਵੀ ਕਿਸ ਦੇ ਰਿਲੇਟਡ ਅੱਗੇ ਅਸੀਂ ਕੰਟੈਂਟ ਦੱਸਿਆ ਹੋਇਆ ਜੀ। ਟੇਬਲਸ, ਪੈਰਾਗ੍ਰਾਫਸ ਐਂਡ ਇੰਡੈਕਸਸ ਵਰਕ ਵਿਦ ਵੈਨ ਫਾਰਮੈਟਿੰਗ ਟੈਕਸਟ ਇਨ ਵਰਡ।
ਜਿਹੜਾ ਟੇਬਲਸ ਬਣਦੇ ਨੇ ਵਰਡ ਦੇ ਵਿੱਚ, ਪੈਰਾਗ੍ਰਾਫਸ ਬਣਦੇ ਨੇ, ਇੰਡੈਕਸ ਬਣਦੇ ਨੇ, ਉਹ ਫਾਰਮੈਟ ਟੈਬ ਦੇ ਵਿੱਚ ਹੁੰਦੇ ਨੇ ਵਰਡ ਦੇ ਵਿੱਚ। TB ਇਜ਼ ਦਾ ਲਾਰਜੈਸਟ ਯੂਨਿਟ ਆਫ ਸਟੋਰੇਜ। ਜੀ ਇਹ ਸਟੋਰੇਜ ਦੇ ਵਿੱਚ ਯੂਨਿਟਾਂ ਹੁੰਦੀਆਂ ਨੇ, ਜਿਵੇਂ ਲਾ ਲਓ ਪਹਿਲਾਂ KB, ਪਹਿਲਾਂ ਬਾਈਟਸ ਹੁੰਦੇ ਨੇ, ਫਿਰ ਮੈਗਾਬਾਈਟਸ ਹੁੰਦੇ ਨੇ, MB ਕਹਿ ਦਿੰਦੇ ਆ ਉਹਨਾਂ ਨੂੰ। ਉਸ ਤੋਂ ਬਾਅਦ ਜੀ ਕਿਲੋਬਾਈਟਸ ਵੀ ਹੁੰਦੇ ਨੇ, ਫਿਰ ਪਹਿਲਾਂ ਬਾਈਟਸ ਹੁੰਦੇ ਨੇ, ਫਿਰ ਕਿਲੋਬਾਈਟਸ ਹੁੰਦੇ ਨੇ, ਫਿਰ ਮੈਗਾਬਾਈਟਸ ਹੁੰਦੇ ਨੇ, ਫਿਰ ਗੀਗਾਬਾਈਟਸ ਹੁੰਦੇ ਨੇ। ਉਸ ਤੋਂ ਬਾਅਦ TB ਹੁੰਦਾ ਟੈਰਾਬਾਈਟ। ਬਾਈਟਸ ਮਤਲਬ B, ਕਿਲੋਬਾਈਟਸ ਮਤਲਬ KB, ਮੈਗਾਬਾਈਟਸ ਮਤਲਬ MB, ਗੀਗਾਬਾਈਟ ਮਤਲਬ GB। ਜਿਵੇਂ ਆਪਾਂ ਕਹਿ ਦਿੰਦੇ ਹਾਂ ਤੁਹਾਡੇ ਫੋਨ ਦੀ ਸਟੋਰੇਜ ਕਿੰਨੀ ਹੈ, 128 GB ਹੈ ਜੀ। GB ਦਾ ਮਤਲਬ ਹੈਗਾ ਗੀਗਾਬਾਈਟ। ਸੋ ਹੁਣ ਫੋਨ ਆਉਣ ਲੱਗ ਗਏ 1 TB, ਜਿਵੇਂ ਮੈਮਰੀ ਕਿੰਨੀ ਹੈ ਜੀ, 1 TB ਹੈ ਜੀ, 2 TB ਹੈ ਜੀ। TB ਦਾ ਮਤਲਬ ਹੈਗਾ ਟੈਰਾਬਾਈਟ। The operating system tell the computer how to use its components। ਜੀ ਆਪਰੇਟਿੰਗ ਸਿਸਟਮ ਜਿਹੜੇ ਹੁੰਦੇ ਨੇ ਕੰਪਿਊਟਰ ਨੂੰ ਚਲਾਉਣ ਦੇ ਲਈ ਵਰਤੇ ਜਾਂਦੇ ਨੇ, ਕੰਪਿਊਟਰ ਨੂੰ ਆਪਰੇਟ ਕਰਨ ਦੇ ਲਈ ਵਰਤੇ ਜਾਂਦੇ ਨੇ। ਜਿਵੇਂ ਕਿ ਵਿੰਡੋਜ਼, ਜਿਵੇਂ ਦੇਖੋ ਜੀ, ਜੇ ਇਹਦੇ ਵਿੱਚ ਵਿੰਡੋ ਇੰਸਟਾਲ ਨਾ ਹੋਵੇ ਤਾਂ ਇਹ ਇੱਕ ਪੀਪਾ ਹੀ ਹੁੰਦਾ ਹੈ। ਇਸ ਨੂੰ ਚਲਾਉਣ ਦੇ ਲਈ ਆਪਾਂ ਨੂੰ ਆਪਰੇਟਿੰਗ ਸਿਸਟਮਾਂ ਦੀ ਲੋੜ ਹੁੰਦੀ ਹੈ, ਜਿਵੇਂ ਵਿੰਡੋਜ਼ ਹੋ ਗਿਆ, ਲਾਈਨੈਕਸ ਹੋ ਗਿਆ, ਐਂਡ ਜਿਵੇਂ ਮੈਕ ਹੋ ਗਿਆ, ਜਿਵੇਂ ਆਈਫੋਨ ਦੇ ਵਿੱਚ ਮੈਕ ਹੁੰਦੇ ਨੇ। ਉਸ ਤੋਂ ਬਿਨਾਂ ਇਹ ਨਹੀਂ ਚੱਲਦੇ। ਸੋ ਇਹਨਾਂ ਨੂੰ ਚਲਾਉਣ ਦੇ ਲਈ ਐਂਡ ਇਸ ਦੇ ਨਾਲ ਜਿਹੜੇ ਕੰਪੋਨੈਂਟਸ ਲੱਗੇ ਹੁੰਦੇ ਨੇ, ਜਿਵੇਂ ਕੀਬੋਰਡ ਹੋ ਗਿਆ, ਮਾਊਸ ਹੋ ਗਿਆ, ਸਪੀਕਰਸ ਹੋ ਗਏ, ਉਹ ਆਪਰੇਟਿੰਗ ਸਿਸਟਮ ਦੇ ਵਿੱਚ ਕੋਡਿੰਗ ਕਰੀ ਹੁੰਦੀ ਹੈ। ਆਪਰੇਟਿੰਗ ਸਿਸਟਮ ਦੱਸਦੇ ਨੇ ਵੀ ਕੀਬੋਰਡ ਨੇ ਕੀ ਕਰਨਾ, ਮਾਊਸ ਨੇ ਕੀ ਕਰਨਾ। ਵੈਨ ਕਟਿੰਗ ਐਂਡ ਪੇਸਟਿੰਗ ਦਾ ਆਈਟਮ ਕੱਟ ਇਜ਼ ਟੈਂਪਰਲੀ ਸਟੋਰਡ ਇਨ ਕਲਿਪਬੋਰਡ। ਜੀ ਜਦੋਂ ਵੀ ਆਪਾਂ ਕਿਸੇ ਵੀ ਚੀਜ਼ ਨੂੰ ਕੱਟ ਕਰਦੇ ਹਾਂ ਜਾਂ ਕਾਪੀ, ਜਿਵੇਂ ਮੰਨ ਲਓ ਆਹ ਮੈਂ ਸਿਲੈਕਟ ਕਰ ਲਿਆ, ਇਸ ਤੋਂ ਬਾਅਦ ਇੱਥੇ ਆ ਗਿਆ ਜੀ ਕੱਟ। ਸੋ ਇਹਨੂੰ ਮੈਂ ਕੱਟ ਕਰਤਾ ਤਾਂ ਉਹ ਇੱਕ ਫੋਨ ਦੇ ਵਿੱਚ ਵੀ ਅੱਜ ਕੱਲ੍ਹ ਆਪਸ਼ਨ ਹੈ। ਸੋ ਉਹ ਆਪਣੇ ਇੱਕ ਟੈਂਪਰੇਰੀ ਬੇਸਿਸ 'ਤੇ ਕਲਿੱਪਬੋਰਡ ਦੇ ਵਿੱਚ ਜਾ ਕੇ ਸਟੋਰ ਹੋ ਜਾਂਦਾ ਹੈ, ਤਾਂ ਕਿ ਜੇ ਆਪਾਂ ਦੁਬਾਰਾ ਕਿਸੇ ਚੀਜ਼ 'ਤੇ ਪੇਸਟ ਕਰਨਾ ਹੈ ਤਾਂ ਉਹਨੂੰ ਪੇਸਟ ਹੋ ਜਾਂਦਾ। The blinking symbol on the computer screen is called the cursor। ਜੀ ਆ ਜੋ ਬਲਿੰਕ ਕਰ ਰਿਹਾ ਨਾ, ਆ ਦੇਖੋ ਆ ਲਾਈਨ ਜੀ ਬਲਿੰਕ ਕਰ ਰਹੀ ਹੈ, ਇਸ ਨੂੰ ਕਹਿੰਦੇ ਨੇ ਕਰਸਰ। ਇਹ ਕਰਸਰ ਕਦੋਂ ਹੁੰਦਾ ਹੈ ਜੀ? ਕਰਸਰ ਉਦੋਂ ਹੀ ਹੁੰਦਾ ਜਦੋਂ ਆਪਾਂ ਕੁਝ ਵੀ ਟਾਈਪ ਕਰ ਰਹੇ ਹੁੰਦੇ ਹਾਂ, ਵਰਡ ਦੇ ਵਿੱਚ ਟਾਈਪ ਕਰ ਰਹੇ ਹੁੰਦੇ ਹਾਂ, ਕਿਤੇ ਵੀ ਵਰਡ ਪੈਡ ਦੇ ਵਿੱਚ, ਨੋਟ ਪੈਡ ਦੇ ਵਿੱਚ, ਜਾਂ ਮੰਨ ਲਓ ਕਿਤੇ ਕਿਸੇ ਵੈਬਸਾਈਟ 'ਤੇ ਆਪਾਂ ਟਾਈਪ ਕਰ ਰਹੇ ਤਾਂ ਉਹ ਇਹ ਬਲਿੰਕ ਕਰੂਗਾ, ਇਸ ਨੂੰ ਕਰਸਰ ਕਹਿੰਦੇ ਨੇ। Magnetic tape is not practical for application where data must be quickly recalled because tape is sequentially ਸੌਰੀ ਦੁਬਾਰੇ ਹੋ ਗਿਆ, ਇਹ ਵੀ ਇੰਨਾ ਕੋਈ ਜ਼ਰੂਰੀ ਨਹੀਂ ਹੈਗਾ। ਮੈਗਨੈਟਿਕ ਟੇਪ ਹੈ ਜਿਹੜੀ ਉਹ ਕੰਪਿਊਟਰ ਦੇ ਵਿੱਚ ਲੱਗੀ ਹੁੰਦੀ ਹੈ ਤਾਂ ਕਿ ਉਹ ਮਤਲਬ ਜਿਹੜੇ ਕੰਪੋਨੈਂਟਸ ਨੇ ਉਹਨਾਂ ਨੂੰ ਸੀਕੁਐਂਸ ਵਾਈਜ਼ ਚਲਾ ਸਕੇ। ਜਿਹੜੇ ਵੀ ਅਸੈਂਬਲ ਕਰਨ ਦਾ ਤਰੀਕਾ ਹੁੰਦਾ ਹੈ ਤਾਂ ਐਡੀ ਕੋਈ ਖਾਸ ਗੱਲ ਨਹੀਂ ਹੈਗੀ, ਕੋਈ ਗੱਲ ਨਹੀਂ। ਚਲੋ ਅੱਗੇ ਚੱਲਦੇ ਹਾਂ। ਰੋਜ਼ ਐਂਡ ਕਾਲਮਸ ਆਰ ਯੂਜ਼ ਟੂ ਆਰਗੇਨਾਈਜ਼ ਡਾਟਾ ਇਨ ਅ ਸਪਰੈਡਸ਼ੀਟ। ਜਿਹੜੀਆਂ ਰੋਜ਼ ਹੁੰਦੀਆਂ ਨੇ ਐਂਡ ਕਾਲਮਸ ਹੁੰਦੇ ਨੇ, ਜਿਹੜੇ ਖਾਨੇ ਜੇ ਬਣੇ ਹੁੰਦੇ ਨੇ, ਲਾਈਨਾਂ ਹੁੰਦੀਆਂ ਨੇ, ਉਹ ਸਪਰੈਡਸ਼ੀਟ ਦੇ ਵਿੱਚ ਹੁੰਦੀਆਂ ਨੇ। ਡਾਟੇ ਨੂੰ ਜਮ੍ਹਾਂ ਕਰਨ ਦੇ ਲਈ, ਆਰਗੇਨਾਈਜ਼ ਕਰਨ ਦੇ ਲਈ, ਮੈਨੇਜ ਕਰਨ ਦੇ ਲਈ ਵੀ ਡਾਟੇ ਨੂੰ ਕਿੱਦਾਂ ਰੱਖਣਾ, ਲੜੀਵਾਰ ਆਪਾਂ ਕਹਿੰਦੇ ਹਾਂ, ਲੜੀਵਾਰ ਕਿਵੇਂ ਰੱਖਣਾ ਹੈ। ਵੈਨ ਯੂ ਆਰ ਵਰਕਿੰਗ ਔਨ ਡਾਕੂਮੈਂਟੇਸ਼ਨ ਔਨ PC ਦਾ ਡਾਕੂਮੈਂਟ ਟੈਂਪਰੇਰੀ ਸਟੋਰਡ ਇਨ ਫਲੈਸ਼ ਮੈਮਰੀ। ਜੀ ਜਦੋਂ ਆਪਾਂ ਮੰਨ ਕੇ ਚੱਲੋ ਆਪਾਂ ਕੋਈ ਵੀ ਵਰਕ ਕਰ ਰਹੇ ਹਾਂ, ਆਪਾਂ ਵਰਡ ਦੇ ਵਿੱਚ ਵਰਕ ਕਰ ਰਹੇ ਹਾਂ, ਡਾਕੂਮੈਂਟ ਬਣਾ ਰਹੇ ਹਾਂ ਕੋਈ ਵੀ, ਤਾਂ ਡਾਕੂਮੈਂਟ ਆ ਜਿਹੜਾ ਉਹ ਕਈ ਵਾਰੀ ਆਟੋ ਸੇਵ ਹੋ ਜਾਂਦਾ ਹੁੰਦਾ। ਜੇ ਨਹੀਂ ਵੀ ਹੁੰਦਾ ਤਾਂ ਮੰਨ ਲਓ ਆਪਣਾ PC ਕਈ ਵਾਰ ਬੰਦ ਹੋ ਗਿਆ ਤਾਂ ਉਹ ਜਦੋਂ ਆਪਾਂ ਵਰਡ ਖੋਲ੍ਹਦੇ ਹਾਂ ਤਾਂ ਉਹਦੇ ਜਿਹੜੇ ਆਪਣੇ ਖੱਬੇ ਪਾਸੇ ਇੱਕ ਕਾਲਮ ਬਣਿਆ ਹੁੰਦਾ ਇਸ ਪਾਸੇ, ਤਾਂ ਉਹ ਉੱਥੋਂ ਹੀ ਖੁੱਲ੍ਹ ਜਾਂਦਾ। ਉਹਨੂੰ ਆਪਾਂ ਕਹਿ ਦਿੰਦੇ ਹਾਂ ਫਲੈਸ਼ ਮੈਮਰੀ, ਇੱਧਰਲੇ ਪਾਸੇ ਹੁੰਦੀ ਹੈ। ਜਦੋਂ ਵੀ ਆਪਣਾ ਕੋਈ ਡਾਕੂਮੈਂਟ, ਜਿਵੇਂ ਮੰਨ ਲਓ ਆਪਾਂ ਕੋਈ ਡਾਕੂਮੈਂਟ ਬਣਾ ਰਹੇ ਹਾਂ ਤਾਂ ਲਾਈਟ ਚਲੀ ਗਈ, ਜਦੋਂ ਲਾਈਟ ਚਲੀ ਗਈ ਆ ਤਾਂ ਕੰਪਿਊਟਰ ਆਪਣਾ ਬੰਦ ਹੋ ਗਿਆ ਆਪਣਾ। ਉਸ ਤੋਂ ਬਾਅਦ ਜਦੋਂ ਆਪਾਂ ਉਸ ਨੂੰ ਦੁਬਾਰੇ, ਲਾਈਟ ਆਈ ਤੋਂ ਬਾਅਦ ਆਪਾਂ ਦੁਬਾਰੇ ਉਹਨੂੰ ਵਰਡ ਨੂੰ ਖੋਲਾਂਗੇ ਤਾਂ ਉਹ ਇੱਥੇ ਪਿਆ ਹੋਣਾ। ਉਹ ਫਲੈਸ਼ ਮੈਮਰੀ ਹੁੰਦੀ ਆ, ਉਹ ਟੈਂਪਰੇਰੀਲੀ ਹੁੰਦੀ ਆ, ਉਹ ਬਿਨਾਂ ਸੇਵ ਕਰੇ ਜਿਹੜੀ ਹੁੰਦੀ ਆ, ਉਹਨੂੰ ਆਪਾਂ ਅਸੈਸ ਕਰ ਸਕਦੇ ਹਾਂ ਜੀ। 1 MB ਇਕੁਅਲ ਅਪਰੋਕਸੀਮੇਟਲੀ 1 ਮਿਲੀਅਨ ਬਾਈਟਸ। ਜੀ ਜਿਹੜਾ 1 MB ਹੁੰਦਾ, ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਸਟੋਰੇਜ ਦੀਆਂ ਯੂਨਿਟਸ ਹੁੰਦੀਆਂ ਨੇ, ਤਾਂ ਇਹ 1 MB ਦੀ ਗੱਲ ਕਰ ਰਹੇ ਆ। ਜਿਹੜਾ 1 MB ਹੁੰਦਾ ਉਹ 10 ਲੱਖ ਬਾਈਟਸ ਦੇ ਬਰਾਬਰ ਹੁੰਦਾ ਹੈ ਜੀ, ਬਿਲਕੁਲ। ਇਨਫੋਰਮੇਸ਼ਨ ਟਰੈਵਲ ਬਿਟਵੀਨ ਕੰਪੋਨੈਂਟਸ ਔਨ ਦਾ ਮਦਰਬੋਰਡ ਥਰੂ ਬੱਸਸ। ਜੀ ਬੱਸਸ ਕੀ ਹੁੰਦੀਆਂ ਨੇ? ਜਿਹੜੀਆਂ ਤਾਰਾਂ ਜਿਹੀਆਂ ਨਹੀਂ ਲੱਗੀਆਂ ਹੁੰਦੀਆਂ ਮਦਰਬੋਰਡ ਦੇ ਵਿੱਚ,
ਉਹਨਾਂ ਨੂੰ ਆਪਾਂ ਬੱਸਸ ਕਹਿ ਦਿੰਦੇ ਆ, ਜਿਹੜੀ ਟੈਕਨੀਕਲ ਭਾਸ਼ਾ ਦੇ ਵਿੱਚ ਆਪਾਂ ਬੱਸਸ ਕਹਿ ਦਿੰਦੇ ਆ ਉਹਨਾਂ ਨੂੰ। ਜਿਹੜੀ ਇਨਫੋਰਮੇਸ਼ਨ ਆ ਉਹ ਭੱਜੀ ਫਿਰਦੀ ਰਹਿੰਦੀ ਆ ਬੱਸਸ ਦੇ ਵਿੱਚ ਮਦਰਬੋਰਡ ਦੇ ਨਾਲ। ਮਦਰਬੋਰਡ ਦੇ ਵਿੱਚ ਮਦਰਬੋਰਡ ਜਿਹੜਾ ਹੁੰਦਾ ਉਹ CPU ਦੇ ਵਿੱਚ ਲੱਗਿਆ ਹੁੰਦਾ, ਜਿਹੜਾ ਕੰਪਿਊਟਰ ਦੇ ਨਾਲ ਇੱਕ ਬਾਕਸ ਜਿਹਾ ਹੁੰਦਾ ਉਹਦੇ ਵਿੱਚ ਮਦਰਬੋਰਡ ਲੱਗਿਆ ਹੁੰਦਾ। ਮਦਰਬੋਰਡ ਤੋਂ ਬਿਨਾਂ ਆਪਾਂ ਕੰਪਿਊਟਰ ਸਟਾਰਟ ਨਹੀਂ ਕਰ ਸਕਦੇ, ਅਤੇ ਉਸ ਦੇ ਵਿੱਚ ਜਿਹੜੀਆਂ ਤਾਰਾਂ ਲੱਗੀਆਂ ਹੁੰਦੀਆਂ ਉਹਨਾਂ ਨੂੰ ਆਪਾਂ ਬੱਸਸ ਕਹਿ ਦਿੰਦੇ ਹਾਂ ਜੀ। ਰੈਮ ਰੈਫਰਸ ਟੂ ਦਾ ਮੈਮਰੀ ਇਨ ਯੂਅਰ ਕੰਪਿਊਟਰ। ਜਿਹੜੀ ਰੈਮ ਹੈ ਜੀ, ਰੈਮ ਦਾ ਫੁੱਲ ਫਾਰਮ ਹੈ ਰੈਂਡਮ ਐਕਸੈਸ ਮੈਮਰੀ। ਆਪਾਂ 6ਵੀਂ 7ਵੀਂ 8ਵੀਂ 9ਵੀਂ 10ਵੀਂ ਸਾਰੀਆਂ ਕਲਾਸਾਂ ਦੇ ਵਿੱਚ ਪੜ੍ਹਿਆ ਰੈਮ ਅਤੇ ਰੋਮ। ਇਹ ਹੈ ਜਿਹੜੀ ਜੀ ਇਹ ਮੈਮਰੀ ਹੁੰਦੀ ਹੈ, ਇਹਨਾਂ ਨੇ ਬਸ ਇੰਨੀ ਕੁ ਗੱਲ ਹੀ ਦੱਸੀ ਹੈ ਜੀ। ਕੰਪਿਊਟਰ ਕਨੈਕਟਡ ਟੂ ਆ LAN ਕੈਨ ਸ਼ੇਅਰ ਇਨਫੋਰਮੇਸ਼ਨ ਐਂਡ ਔਰ ਸ਼ੇਅਰ ਪੈਰੀਫਿਲਰ ਇਕੁਇਪਮੈਂਟ ਜੀ। LAN ਹੈ ਜਿਹੜੀ, LAN ਦਾ ਫੁੱਲ ਫਾਰਮ ਹੈਗਾ ਲੋਕਲ ਏਰੀਆ ਨੈਟਵਰਕ। LAN ਕੇਬਲ ਆਉਂਦੀ ਹੁੰਦੀ ਹੈ ਇੱਕ, ਜਦੋਂ ਉਹਨੂੰ ਆਪਾਂ PC ਦੇ ਨਾਲ ਲਾ ਦਿੰਦੇ ਹਾਂ ਉਸ ਤੋਂ ਬਾਅਦ ਉਹਨੂੰ ਆਪਾਂ ਕਿਸੇ ਦੇ ਨਾਲ ਵੀ ਜੋੜ ਦਿੰਦੇ ਹਾਂ। ਫੋਰ ਐਗਜ਼ਾਮਪਲ ਜਿਵੇਂ ਲਾ ਲਓ ਆਪਣੇ ਘਰੇ ਇੰਟਰਨੈਟ ਲੱਗਿਆ ਹੋਇਆ, ਤਾਂ ਉਹ ਆਪਾਂ ਨੂੰ ਇੱਕ ਤਾਰ ਦੇ ਕੇ ਜਾਂਦੇ ਆ ਪੀਲੇ ਜਾਂ ਕਲਰਫੁੱਲ ਜਿਹੀ ਹੁੰਦੀ ਹੈ, ਪੀਲੇ ਜਾਂ ਨੀਲੇ ਜਿਹੇ ਰੰਗ ਦੀ। ਉਹਨੂੰ ਆਪਾਂ ਜਦੋਂ PC ਦੇ ਪਿੱਛੇ ਲਾ ਦਿੰਦੇ ਹਾਂ ਤਾਂ ਉਹ ਆਪਾਂ ਨੂੰ ਇੰਟਰਨੈਟ ਦੇਣ ਲੱਗ ਜਾਂਦਾ। ਸੋ ਇਹਦਾ ਮਤਲਬ ਇਹੀ ਹੈ ਵੀ ਉਹ ਇਨਫੋਰਮੇਸ਼ਨ ਸ਼ੇਅਰ ਕਰਦਾ। ਇਨਫੋਰਮੇਸ਼ਨ ਕਿਸੇ ਵੀ ਰੂਪ ਦੇ ਵਿੱਚ ਹੋ ਜਾਂਦੀ ਹੈ, ਜਿਵੇਂ ਇਨਫੋਰਮੇਸ਼ਨ ਨੈਟਵਰਕ ਹੋ ਗਿਆ ਸੌਰੀ ਜੀ। ਮਾਈਕਰੋਸੋਫਟ ਆਫਿਸ ਇਜ਼ ਐਨ ਐਪਲੀਕੇਸ਼ਨ ਸੂਟ ਜੀ। ਮਾਈਕਰੋਸੋਫਟ ਆਫਿਸ ਆ ਜਿਹੜਾ, ਇਹ ਇੱਕ ਐਪਲੀਕੇਸ਼ਨ ਹੈ। ਯੂਟਿਲਿਟੀਜ਼ ਕੈਨ ਹੈਂਡਲ ਮੋਸਟ ਸਿਸਟਮ ਫੰਕਸ਼ਨਸ ਦੈਟ ਆਰ ਨਾਟ ਹੈਂਡਲ ਡਾਇਰੈਕਟਲੀ ਬਾਈ ਦਾ ਆਪਰੇਟਿੰਗ ਸਿਸਟਮ। ਜਿਹੜਾ ਯੂਟਿਲਿਟੀਜ਼ ਹੁੰਦਾ ਹੈ ਇਹ ਆਪਰੇਟਿੰਗ ਸਿਸਟਮ ਦੇ ਵਿੱਚ ਹੀ ਹੁੰਦਾ ਹੈ। ਇਹ ਕਈ ਇਹੋ ਜਿਹੇ ਫੰਕਸ਼ਨਸ ਨੂੰ ਹੈਂਡਲ ਕਰਦਾ ਹੈ ਜਿਹੜਾ ਆਪਰੇਟਿੰਗ ਸਿਸਟਮ ਹੈਂਡਲ ਨਹੀਂ ਕਰਦਾ। ਇਹ ਕੋਈ ਇੰਨਾ ਇੰਪੋਰਟੈਂਟ ਨਹੀਂ ਹੈਗਾ। If you receive an email from someone you don't know, then you should delete it without opening it. ਜਦੋਂ ਤੁਹਾਨੂੰ ਕੋਈ ਈਮੇਲ ਕਿਸੇ ਦੁਆਰਾ ਆਉਂਦੀ ਆ ਤਾਂ ਤੁਸੀਂ ਉਸ ਨੂੰ ਡਿਲੀਟ ਕਰ ਸਕਦੇ ਹੋ ਬਿਨਾਂ ਓਪਨ ਕਰੇ ਜੀ। A set of instruction telling the computer what to do is called program ਜੀ। ਇਹ ਪਹਿਲਾਂ ਵੀ ਆਪਾਂ ਪੜ੍ਹ ਚੁੱਕੇ ਹਾਂ ਕਿ ਜਿਹੜਾ ਪ੍ਰੋਗਰਾਮ ਹੁੰਦਾ ਹੈ ਉਹ ਬਹੁਤ ਸਾਰੀਆਂ ਇੰਸਟਰਕਸ਼ਨ ਦਿੱਤੀਆਂ ਹੁੰਦੀਆਂ ਨੇ ਜਿਹਦੇ ਵਿੱਚ ਕਿ ਕੰਪਿਊਟਰ ਨੇ ਕੀ ਕਰਨਾ, ਕਿਵੇਂ ਕਰਨਾ, ਹੈ ਨਾ ਜੀ। LAN refers to a small single site network ਜੀ। ਜਿਹੜਾ LAN ਆ ਲੋਕਲ ਏਰੀਆ ਨੈਟਵਰਕ ਆ, ਉਹ ਇੱਕ ਸਮਾਲ ਸਿੰਗਲ ਸਾਈਟ ਨੈਟਵਰਕ ਹੁੰਦਾ ਹੈ। ਮਤਲਬ ਕਿ ਜਿਵੇਂ ਸਮਾਲ ਸਿੰਗਲ ਸਾਈਟ ਨੈਟਵਰਕ ਦਾ ਮਤਲਬ ਇਹ ਹੈ ਵੀ ਉਹ ਇੱਕ ਤਾਰ ਹੁੰਦੀ ਹੈ, ਤਾਰ ਦੇ ਵਿੱਚ ਦੀ ਇਨਫੋਰਮੇਸ਼ਨ ਨੇ ਪਾਸ ਹੋਣਾ ਹੁੰਦਾ, ਤਾਂ ਉਸਨੂੰ ਆਪਾਂ ਲੰਮੀ, ਬਹੁਤ ਜ਼ਿਆਦਾ ਲੰਮੀ ਆਪਾਂ ਕਿੰਨੀ ਕੁ ਲੈ ਜਾਵਾਂਗੇ। ਜਿਵੇਂ ਮੰਨ ਲਓ ਆਪਾਂ ਕੋਈ ਬੰਦਾ ਕਿਸੇ ਪਿੰਡ ਦੇ ਵਿੱਚ ਬੈਠਾ, ਕੋਈ ਕਿਸੇ ਪਿੰਡ ਦੇ ਵਿੱਚ ਬੈਠਾ, ਹੈ ਨਾ ਜੀ। ਇਹ ਬਹੁਤ ਸਾਰਾ ਖਰਚਾ ਹੋ ਜਾਂਦਾ, ਮਤਲਬ ਪੋਸੀਬਲ ਵੀ ਨਹੀਂ ਹੈਗਾ, ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਸੋ ਇਹ ਸਿੰਗਲ ਸਾਈਟ ਨੈਟਵਰਕ ਹੀ ਆ, ਜਿਵੇਂ ਇੱਕ ਕਮਰੇ ਤੋਂ ਦੂਜੇ ਕਮਰੇ ਦੇ ਵਿੱਚ ਵਗ ਗਏ, ਬਸ ਇੰਨਾ ਕੁ ਆਪਾਂ ਕਹਿ ਸਕਦੇ ਹਾਂ ਜੀ। ਅ ਕਲੈਕਸ਼ਨ ਆਫ ਪ੍ਰੋਗਰਾਮ ਦੈਟ ਕੰਟਰੋਲ ਹਾਊ ਯੂਅਰ ਕੰਪਿਊਟਰ ਸਿਸਟਮ ਰਨਸ ਐਂਡ ਪ੍ਰੋਸੈਸਸ ਇਨਫੋਰਮੇਸ਼ਨ ਇਜ਼ ਕਾਲਡ ਆਪਰੇਟਿੰਗ ਸਿਸਟਮ। ਜਿਹੜਾ ਆਪਰੇਟਿੰਗ ਸਿਸਟਮ ਹੈ ਉਹ ਪ੍ਰੋਗਰਾਮਸ ਦਾ ਕਲੈਕਸ਼ਨ ਹੈ। ਦੇਖੋ, ਜਿਹੜਾ ਪ੍ਰੋਗਰਾਮ ਹੈ ਉਹ ਇੰਸਟਰਕਸ਼ਨਸ ਦਾ ਕਲੈਕਸ਼ਨ ਹੈ, ਅਤੇ ਜਿਹੜਾ ਆਪਰੇਟਿੰਗ ਸਿਸਟਮ ਆ ਉਹ ਪ੍ਰੋਗਰਾਮਸ ਦਾ ਕਲੈਕਸ਼ਨ ਹੈ। ਕਿਉਂਕਿ ਆਪਰੇਟਿੰਗ ਸਿਸਟਮ ਇਹ ਵਿੰਡੋ ਹੈ, ਵਿੰਡੋ ਦੇ ਵਿੱਚ ਕਿੰਨੀਆਂ ਚੀਜ਼ਾਂ ਇਨਬਿਲਟ ਹੁੰਦੀਆਂ ਨੇ। ਜਿਵੇਂ ਆ ਦੇਖੋ, ਆ ਵਿੰਡੋ ਚੱਲ ਰਹੀ ਹੈ, ਵਿੰਡੋ ਦੇ ਵਿੱਚ ਦੇਖੋ ਅਸੈਸ 2016 ਵੀ ਹੈ, ਟੈਲੀਗ੍ਰਾਮ ਪਿਆ ਹੈ, ਆਵਾਜ਼ ਐਂਟੀਵਾਇਰਸ ਪਿਆ ਹੈ, ਬਰੇਵ ਪਿਆ, ਮਤਲਬ ਇਹ 'ਚ ਕਿੰਨੇ ਸਾਰੇ ਪ੍ਰੋਗਰਾਮ ਪਏ ਨੇ। ਸੋ ਇਹ ਕਲੈਕਸ਼ਨ ਆਫ ਪ੍ਰੋਗਰਾਮਸ ਹੈ। ਇਹਨੂੰ ਕਿੱਦਾਂ ਕੰਪਿਊਟਰ ਨੂੰ ਮੈਨੇਜ ਕਰਨਾ ਹੈ, ਕਿੱਦਾਂ ਕੰਪਿਊਟਰ ਨੇ ਚਲਾਉਣਾ ਹੈ ਨਾ, ਮਤਲਬ ਉਸ ਚੀਜ਼ ਨੂੰ ਆਪਾਂ ਆਪਰੇਟਿੰਗ ਸਿਸਟਮ ਕਹਿ ਦਿੰਦੇ ਹਾਂ ਵੀ ਕਿਵੇਂ ਮੈਨੇਜ ਕਰਨਾ ਸਾਰਾ ਕੁਛ ਜੀ। ਡਿਵਾਈਸ ਡਰਾਈਵਰਸ ਆਰ ਸਮਾਲ ਸਪੈਸ਼ਲ ਪਰਪਸ ਪ੍ਰੋਗਰਾਮ। ਡਿਵਾਈਸ ਡਰਾਈਵਰਸ ਆਰ ਸਮਾਲ, ਜਿਹੜੇ ਡਰਾਈਵਰਸ ਹੁੰਦੇ ਨੇ ਜੀ। ਆਪਣੀ ਕੋਈ ਵੀ ਡਿਵਾਈਸ ਹੈ, ਜਦੋਂ ਆਪਾਂ ਫੋਰ ਐਗਜ਼ਾਮਪਲ ਦੇਖੋ, ਜਦੋਂ ਆਪਾਂ ਕੋਈ ਨਵੀਂ ਪੈਨ ਡਰਾਈਵ ਲੈ ਕੇ ਆਉਣੇ ਆ, ਹੈ ਨਾ ਜੀ, ਜਾਂ ਮੰਨ ਲਓ ਕੋਈ ਆਪਾਂ ਨਵੇਂ ਸਪੀਕਰਸ ਲਾਉਣੇ ਆ, ਤਾਂ ਜਦੋਂ ਵੀ ਆਪਾਂ ਸਪੀਕਰਸ ਲਾਉਣੇ ਆ ਤਾਂ ਇੱਥੇ ਇਹਦੇ ਰਾਈਟ ਕਾਰਨਰ ਦੇ ਉੱਤੇ ਇੱਕ ਡਾਇਲੋਗ ਬਾਕਸ ਓਪਨ ਹੁੰਦਾ ਹੈ ਜਿਹੜਾ ਕਹਿੰਦਾ ਵੀ ਹਾਂ ਹੁਣ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਉਸ ਤੋਂ ਬਾਅਦ ਇਹ ਖੁੱਲ੍ਹਦੀ ਆ, ਆਪਣੇ ਆਪ ਖੁੱਲ੍ਹ ਜਾਂਦੀ ਹੈ ਪੈਨ ਡਰਾਈਵ, ਹੈ ਨਾ। ਸੋ ਉਹ ਸਮਾਲ ਹੁੰਦੇ ਨੇ। ਕੋਈ ਜਿਹੜੇ ਜ਼ਿਆਦਾ ਵੱਡੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਡਰਾਈਵਰਸ ਚਲਾਉਣੇ ਆਪਾਂ ਨੂੰ ਰਨ ਕਰਨੇ ਪੈਂਦੇ ਨੇ, ਡਾਊਨਲੋਡ ਕਰਨੇ ਪੈਂਦੇ ਨੇ। ਸੋ ਅਦਰਵਾਈਜ਼ ਜਿਹੜੀਆਂ ਛੋਟੀਆਂ ਮੋਟੀਆਂ ਚੀਜ਼ਾਂ ਹੁੰਦੀਆਂ ਉਹਨਾਂ ਦੇ ਸਮਾਲ ਡਰਾਈਵਰਸ ਹੁੰਦੇ ਨੇ, ਉਹ ਆਪੇ ਇਨਬਿਲਟ ਇੰਸਟਾਲਡ ਹੋ ਜਾਂਦੇ ਨੇ। ਟਰਾਂਸਫੋਰਮੇਸ਼ਨ ਆਫ ਇਨਪੁਟ ਇਨਟੂ ਆਊਟਪੁੱਟ ਇਜ਼ ਪਰਫੋਰਮਡ ਬਾਏ ਦਾ CPU। ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ ਜਿਹੜੀ, ਉਹ ਇਨਪੁਟ ਅਤੇ ਆਊਟਪੁੱਟ ਡਿਵਾਈਸਾਂ ਨੂੰ ਮੈਨੇਜ ਕਰਕੇ ਰੱਖਦੀ ਆ ਵੀ ਤੁਸੀਂ ਕਿੱਦਾਂ ਪਰਫੋਰਮ ਕਰਨਾ। ਇਨਪੁਟ ਜਿਵੇਂ
ਹੁਣ ਆਪਾਂ ਕੀਬੋਰਡ ਲਾਤਾ, ਕੀਬੋਰਡ ਨੂੰ ਕਿਵੇਂ ਪਤਾ ਲੱਗੂਗਾ ਕਿ ਵੀ ਹਾਂ ਮੈਂ ਡਾਟਾ ਅੰਦਰ ਭੇਜਣਾ ਗਾ ਤੇ ਫਿਰ ਆਊਟਪੁੱਟ ਆਊਗਾ, ਹੈ ਨਾ। ਇਹ ਸਾਰਾ ਕੰਮ CPU ਕਰਦਾ। ਡਾਟਾ ਗੋਇੰਗ ਇਨਟੂ ਦਾ ਕੰਪਿਊਟਰ ਇਜ਼ ਕਾਲਡ ਇਨਪੁਟ। ਜਦੋਂ ਆਪਾਂ ਕੋਈ ਵੀ ਚੀਜ਼ ਅੰਦਰ ਭੇਜਦੇ ਹਾਂ ਤਾਂ ਉਸ ਨੂੰ ਇਨਪੁਟ ਕਿਹਾ ਜਾਂਦਾ ਹੈ। ਜਿਵੇਂ ਆਪਾਂ ਕੀਬੋਰਡ ਦੇ ਇੱਕ ਸੁੱਚ ਦੱਬਤੀ, F ਦੱਬਤੀ ਮੰਨ ਲਓ, ਤਾਂ ਅੰਦਰ F ਦਾਖਲ ਹੋਊਗੀ, ਤਾਂ ਉਸ ਨੂੰ ਇਨਪੁਟ ਕਹਿੰਦੇ, ਵੀ ਆਪਾਂ ਇਨਪੁਟ ਦੇਤਾ, ਹੈ ਨਾ ਜੀ। ਬਾਈਨਰੀ ਚੋਇਸ ਆਫਰ ਓਨਲੀ 2 ਆਪਸ਼ਨਸ। ਜਿਹੜੀ ਬਾਈਨਰੀ ਭਾਸ਼ਾ ਹੈਗੀ ਉਹਦੀਆਂ ਸਿਰਫ 2 ਆਪਸ਼ਨਾਂ ਹੁੰਦੀਆਂ ਨੇ। ਇਹ ਆਪਾਂ ਅੱਗੇ ਪੜ੍ਹਾਂਗੇ ਬਾਕੀ ਇਹਦੀਆਂ ਕਿਹੜੀਆਂ ਆਪਸ਼ਨਸ ਹੁੰਦੀਆਂ ਨੇ। ਟੂ ਇੰਡੈਂਟ ਦਾ ਫਸਟ ਪੈਰਾਗ੍ਰਾਫ ਆਫ ਯੂਰ ਰਿਪੋਰਟ ਯੂ ਸ਼ੁੱਡ ਯੂਜ਼ ਟੈਬ ਕੀ। ਜਦੋਂ ਵੀ ਤੁਸੀਂ ਆਪਣੀ ਰਿਪੋਰਟ ਦਾ ਕੋਈ ਵੀ ਡਾਕੂਮੈਂਟ ਬਣਾ ਰਹੇ ਹੋ ਜਾਂ ਕੋਈ ਵੀ ਕੁਛ ਵੀ ਲਿਖ ਰਹੇ ਹੋ, ਉਹਦਾ ਪੈਰਾਗ੍ਰਾਫ ਸਟਾਰਟ ਕਰਨਾ ਹੈ ਤਾਂ ਤੁਸੀਂ ਟੈਬ ਕੀ ਦੱਬ ਕੇ, ਕਿਉਂਕਿ ਟੈਬ ਦੇ ਨਾਲ ਦੇਖੋ, ਜਿਵੇਂ ਮੈਂ ਇੱਥੇ ਟੈਬ ਦੱਬਤੀ ਤਾਂ ਕਿੰਨਾ ਅੱਗੇ ਵਗ ਗਿਆ ਨਾ, ਸੋ ਉਹ ਸੋਹਣਾ ਲੱਗਦਾ। ਬਾਕੀ ਚਲੋ ਆਪਣੀ ਚੋਇਸ ਹੁੰਦੀ ਆ। ਫੀਲਡਸ ਆਰ ਡਿਸਟਿੰਕਟ ਆਈਟਮ ਦੈਟ ਡੋਂਟ ਹੈਵ ਮਚ ਮੀਨਿੰਗ ਟੂ ਯੂ ਇਨ ਅ ਗਿਵਨ ਕੰਟੈਕਸਟ। ਜੀ ਇੱਕ ਆਪਾਂ ਕੋਈ ਵੀ ਮੰਨ ਲਓ ਫੀਲਡ ਹੈ, ਫੀਲਡ ਦੇ ਵਿੱਚ ਆਪਾਂ ਕੁਛ ਵੀ ਲਿਖ ਲਿਆ, ਸੋ ਇਹਦੇ ਵਿੱਚ ਕੋਈ ਜ਼ਿਆਦਾ ਕੋਈ ਮੀਨਿੰਗ ਵਾਲੀ ਗੱਲ ਨਹੀਂ ਹੈਗੀ। A website address is a unique name that identifies a specific website on the web। ਜਿਹੜੀ ਵੈਬਸਾਈਟ ਦਾ ਐਡਰੈਸ ਆ ਉਹ ਇੱਕ ਯੂਨੀਕ ਨੇਮ ਹੁੰਦਾ ਹੈ। ਜਿਵੇਂ ਮੰਨ ਲਓ ਗੂਗਲ ਹੈ, ਤਾਂ ਜੇ ਆਪਾਂ ਗੂਗਲ ਭਰਾਂਗੇ ਤਾਂ ਹੀ ਗੂਗਲ ਖੁੱਲ੍ਹਣਾ ਨਾ, ਉਹ ਯੂਨੀਕ ਨੇਮ ਆ ਉਹਦਾ, ਇੱਕ ਗੂਗਲ ਬਣ ਗਿਆ, ਮਤਲਬ ਗੂਗਲ ਦਾ ਨਾਮ ਹੈ। ਸੋ ਬਸ ਇਹਦੇ ਵਿੱਚ ਇਹ ਦੱਸਿਆ ਵਾ ਜੀ। ਇੰਨੇ ਨਾਲ ਹੀ ਆਪਣੀ ਅੱਜ ਦੀ ਕਲਾਸ ਜਿਹੜੀ ਹੈ ਖਤਮ ਹੁੰਦੀ ਹੈ, ਅਤੇ ਬਾਕੀ ਆਪਾਂ ਅਗਲੀ ਕਲਾਸ ਦੇ ਵਿੱਚ ਪੜ੍ਹਾਂਗੇ। ਇਸੇ ਤਰ੍ਹਾਂ ਸਾਡੇ ਨਾਲ ਰਾਬਤਾ ਕਾਇਮ ਰੱਖਿਓ। ਸੋ ਠੀਕ ਹੈ ਜੀ, ਧੰਨਵਾਦ।